ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਸ਼ਬਦ ਹੈ ਪਹਿਲੇ ਪਾਤਸ਼ਾਹੀ ਦਾ, ਉਹਦੇ ਤੇ ਵਿਚਾਰਨ ਦਾ ਯਤਨ ਕਰਾਂਗੇ ਜੀ। ਗੁਰੂ ਸਾਹਿਬ ਦਾ ਫਰਮਾਨ ਹੈ ਜੀ, ਗਿਆਨ ਵਿਹੂਣਾ ਗਾਵੇ ਗੀਤ। ਇਹਦੇ ਵਿੱਚ ਵੀ ਭੇਖ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਵੀ ਚਾਹੇ ਉਹ ਪੰਡਿਤ ਦੀ ਗੱਲ ਕੀਤੀ ਹੈ, ਚਾਹੇ ਉਹ ਮੁੱਲਾ ਦੀ ਗੱਲ ਕੀਤੀ ਹੈ, ਚਾਹੇ ਜੋਗੀ ਦੀ ਗੱਲ ਕੀਤੀ ਹੈ। ਉਹਨਾਂ ਦੀ ਲਾਈਨ ਵਿੱਚ ਅਸੀਂ ਵੀ ਸਾਰੇ ਆਉਂਦੇ ਹਾਂ ਕਿ ਵੀ ਜੇ ਅਸੀਂ ਧਰਮ ਦੇ ਨਾਂ 'ਤੇ ਭੇਖ ਪਾ ਕੇ ਜੇ ਅਸੀਂ ਲੋਕਾਂ ਨੂੰ ਸਿਰਫ ਲੁੱਟ ਖਸੁੱਟ ਹੀ ਕਰਨੀ ਆ ਤੇ ਸਿਰਫ ਧਾਰਮਿਕ ਚੀਜ਼ ਪੜ੍ਹ ਕੇ ਅਸੀਂ ਆਪਣੇ ਅਮਲੀ ਜੀਵਨ ਵਿੱਚ ਆਪਣੇ ਜੀਵਨ ਵਿੱਚ ਉਸ ਚੀਜ਼ ਨੂੰ ਲੈ ਕੇ ਨਹੀਂ ਆਉਣਾ। ਤੇ ਗੁਰੂ ਸਾਹਿਬ ਨੇ ਐਸੇ ਲੋਕਾਂ 'ਤੇ ਮਤਲਬ ਕਿ ਸਾਨੂੰ ਸਾਰਿਆਂ ਨੂੰ ਹੀ, ਚਾਹੇ ਉਹ ਪੰਡਤ ਹੈ, ਚਾਹੇ ਉਹ ਮੁੱਲਾ ਹੈ, ਚਾਹੇ ਉਹ ਜੋਗੀ ਹੈ, ਸਾਰਿਆਂ ਨੂੰ ਆਪਣੇ ਸ਼ਬਦ ਦੇ ਗਿਆਨ ਦੀ ਰੋਸ਼ਨੀ ਵਿੱਚ ਸਮਝਾਉਣੇ ਦੀ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਹੈ, ਉਪਦੇਸ਼ ਦਿੱਤਾ, ਆਪਣਾ ਵਿਚਾਰ ਦਿੱਤਾ, ਆਪਣਾ ਇੱਕ ਪੱਖ ਰੱਖਿਆ ਵੀ ਜੇ ਤੂੰ ਇਹ ਕਰਦਾ ਤੈਨੂੰ ਇਹਦੇ ਤੋਂ ਅਵੇਅਰ ਹੋਣਾ ਚਾਹੀਦਾ ਵੀ ਤੂੰ ਇਹ ਚੀਜ਼ ਨੂੰ ਨਾ ਕਰ ਤੇ ਆਪਣੇ ਜੀਵਨ ਵਿੱਚ ਸੁਧਾਰ ਲਿਆ ਗਿਆਨ ਦੇ ਦੁਆਰਾ ਤੇ ਆਪਣੀ ਮਿਹਨਤ ਮਸ਼ੱਕਤ ਕਰਕੇ ਆਪ ਵੀ ਮਤਲਬ ਕਿ ਆਪਣਾ ਗੁਜ਼ਾਰਾ ਕਰ ਤੇ ਜਿਹੜਾ ਲੋੜਵੰਦ ਹੈ ਜਿਹਨੂੰ ਵੀ ਮਤਲਬ ਕਿ ਕਿਸੇ ਵੀ ਚੀਜ਼ ਦੀ ਲੋੜ ਹੈ, ਚਾਹੇ ਉਹ ਦਵਾਈ ਕਿਤਾਬਾਂ ਜਾਂ ਕੁਝ ਵੀ ਅਸੀਂ ਲੈ ਲਈਏ ਤੇ ਵੀ ਉਹਦੀ ਆਪਣੇ ਅਨੁਸਾਰ ਹੀ ਆਪਣੇ ਮਤਲਬ ਕਿ ਜਿੰਨੀ ਤੇਰੀ ਤਾਕਤ ਹੈ, ਜਿੰਨੀ ਤੇਰੀ ਹੋਂਦ ਹੈ, ਉਸ ਹਿਸਾਬ ਨਾਲ ਤੂੰ ਉਹਦੀ ਮਤਲਬ ਕਿ ਮਦਦ ਕਰ ਸਕਦਾ ਵੇ। ਜਿਵੇਂ ਗੁਰੂ ਸਾਹਿਬ ਦੇ ਸਾਨੂੰ ਬੜੇ ਪਿਆਰੇ ਸੰਦੇਸ਼ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਗੁਰੂ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ। ਤੇ ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਗਿਆਨ ਵਿਹੂਣਾ ਗਾਵੇ ਗੀਤ। ਹੁਣ ਤੁਸੀਂ ਦੇਖੋ ਵੀ ਜਦੋਂ ਅਸੀਂ ਕੋਈ ਵੀ ਬਾਣੀ ਪੜ੍ਹੀ ਸਵੇਰੇ, ਹੈ ਨਾ, ਜੇ ਤੇ ਅਸੀਂ ਉਸ ਬਾਣੀ ਵਿੱਚੋਂ ਕੁਝ ਆਪਣੀ ਜ਼ਿੰਦਗੀ ਵਿੱਚ ਅਮਲੀ ਜੀਵਨ ਅਸੀਂ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਹਰ ਬੰਦਾ ਕੋਸ਼ਿਸ਼ ਕਰ ਸਕਦਾ, ਅਸੀਂ ਕਹਿੰਦੇ ਨਾ ਕਿ ਲੱਗ ਤੋਂ ਕੋਈ ਕਿਰਪਾ ਹੋਏਗੀ। ਦੇਖੋ ਜੇ ਅਸੀਂ ਬਾਣੀ ਰੋਜ਼ ਸਾਰੇ ਪੜ੍ਹਦੇ ਨੇ ਪਰ ਅਸੀਂ ਕੋਸ਼ਿਸ਼ ਇਹ ਕਰਨੀ ਕਿ ਮੇਰੀ ਜ਼ਿੰਦਗੀ ਵਿੱਚ ਉਹ ਪੰਕਤੀਆਂ, ਉਹ ਗੁਰਬਾਣੀ ਕਿੱਥੇ ਕੰਮ ਕਰ ਰਹੀ ਹੈ। ਜੇ ਮੈਂ ਪੜ੍ਹ ਹੀ ਲਿੱਤੀ, ਜੇ ਮੈਨੂੰ ਉਹਨਾਂ ਕ੍ਰੋਧ ਹੀ ਆਉਂਦਾ ਰਿਹਾ ਤੇ ਉਹ ਮੇਰਾ ਬਾਣੀ ਪੜ੍ਹਨੇ ਦਾ ਕੋਈ ਮੈਨੂੰ ਨਹੀਂ ਲੱਗਦਾ। ਇੱਕ ਮੈਂ ਸਿਰਫ ਟਾਈਮ ਪਾਸ ਤੇ ਹੋ ਗਿਆ ਮੇਰਾ, ਪਰ ਲੇਕਿਨ ਮੈਂ ਉਹਦੇ ਤੇ ਆਪਣਾ ਅਮਲ ਨਹੀਂ ਕੀਤਾ ਤੇ ਮੈਂ ਆਪਣੇ ਜੀਵਨ ਵਿੱਚ ਕੋਈ ਸੁਧਾਰ ਵੀ ਨਹੀਂ ਲਿਆਂਦਾ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਵਿਹੂਣਾ ਗਾਵੇ ਗੀਤ। ਗਿਆਨ ਤੋਂ ਸਖਣਾ ਬੰਦਾ ਗੀਤ ਇੱਕ ਕਿਸਮ ਦਾ ਸਿਰਫ ਕੱਲਾ ਗੀਤ ਹੀ ਹੈ, ਕਿਉਂਕਿ ਉਹਦੇ ਵਿੱਚੋਂ ਅਸੀਂ ਗਿਆਨ ਨਹੀਂ ਲਿੱਤਾ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਪੰਡਤ ਦਾ ਇਹ ਹਾਲ ਹੈ ਕਿ ਪ੍ਰਮਾਤਮਾ ਦੇ ਭਜਨ ਤਾਂ ਕਰ ਰਿਹਾ ਪਰ ਲੇਕਿਨ ਗਿਆਨ ਤੋਂ ਸਖਣਾ ਹੈ। ਤੇ ਉਹ ਕੀ ਕਰਦਾ, ਗਿਆਨ ਤੋਂ ਸਖਣਾ ਹੋ ਕੇ ਸਿਰਫ ਤੇ ਉਹਨੇ ਆਪਣਾ ਰੋਜੀ ਰੋਟੀ ਦਾ ਇੱਕ ਸਾਧਨ ਬਣਾ ਲਿੱਤਾ। ਤੇ ਗੁਰੂ ਸਾਹਿਬ ਸਾਨੂੰ ਵੀ ਇਹੋ ਸੰਦੇਸ਼ ਦੇ ਰਹੇ ਨੇ ਕਿ ਵੀ ਜੇ ਮੈਂ ਪਾਠ ਕਰਦਿਆਂ, ਜੇ ਮੈਂ ਕੀਰਤਨ ਜਾਂ ਕਥਾ ਕਰਦਿਆਂ, ਜੇ ਮੈਂ ਆਪਣੇ ਜੀਵਨ ਵਿੱਚ ਉਸ ਚੀਜ਼ ਨੂੰ ਬੋਲ ਕੇ ਮੈਂ ਆਪਣੇ ਜੀਵਨ ਵਿੱਚ ਗਿਆਨ ਨਹੀਂ ਧਾਰਨ ਕੀਤਾ, ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰ ਨਹੀਂ ਧਾਰਨ ਕੀਤੀ, ਤੇ ਮੈਂ ਵੀ ਗਿਆਨ ਵਿਹੂਣਾ ਗਾਵੇ ਗੀਤ, ਸਿਰਫ ਇੱਕ ਗੀਤ ਹੀ ਗਾਇਆ ਵੈ, ਕਿਉਂਕਿ ਉਹਦੇ ਵਿੱਚੋਂ ਮੈਂ ਕੁਝ ਲਿੱਤਾ ਨਹੀਂ। ਫਿਰ ਅੱਗੇ ਕਹਿੰਦੇ ਨੇ ਭੁੱਖੇ ਮੁੱਲਾ ਘਰੇ ਮਸੀਤ। ਤੇ ਜਿਹੜਾ ਮੁੱਲਾ ਵੈ ਉਹ ਕੀ ਕਰ ਰਿਹਾ ਵੀ ਭੁੱਖ ਦੇ ਮਾਰੇ ਮਸੀਤ ਵਿੱਚ ਜਾਂਦਾ ਹੈ ਤੇ ਆਪਣੀ ਜੋ ਵੀ ਹੈ ਉਹਨਾਂ ਦੀ ਕਿਰਿਆ ਵੈ, ਹਨਾ, ਜੋ ਵੀ ਮੁਸਲਮ ਵੀਰਾਂ ਦੀ, ਉਹ ਸਾਰਿਆਂ ਨੂੰ ਸੰਦੇਸ਼ ਦਿੰਦਾ। ਤੇ ਇੱਕ ਕੀ ਕਰ ਰਿਹਾ ਵੈ, ਮੁੱਲੇ ਨੇ ਵੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕਿਰਿਆ ਨੂੰ ਹੀ ਰੋਟੀ ਰੋਜੀ ਦਾ ਇੱਕ ਵਸੀਲਾ ਬਣਾ ਲਿੱਤਾ। ਕਿਉਂਕਿ ਉਹ ਗੱਲ ਸਾਰੀ ਗੁਰੂ ਸਾਹਿਬ ਨੇ, ਦੇਖੋ ਸਾਰੀ ਜਿਹੜੀ ਬਾਣੀ ਹੈ ਨਾ, ਸਾਰੀ ਗਿਆਨ ਤੇ ਆ ਕੇ ਰੁਕਦੀ ਹੈ ਕਿ ਵੀ ਅਸੀਂ ਅਗਿਆਨੀ ਆ, ਬਾਹਰੋਂ ਨਹੀਂ ਸੀ ਗਿਆਨੀ, ਕਿਉਂਕਿ ਬਾਹਰੋਂ ਤਾਂ ਸਾਨੂੰ ਵੀ ਪਤਾ ਕਿਹੜੇ ਕੱਪੜੇ ਪਾਣੇ ਆ, ਕਿਹੜਾ ਖਾਣਾ ਖਾਣਾ ਹੈ, ਕਿਹੜੀ ਗੱਡੀ ਲੈਣੀ ਹੈ, ਕਿਹੋ ਜਿਹੇ ਘਰ 'ਚ ਰਹਿਣਾ, ਕਿਸ ਤਰ੍ਹਾਂ ਲੋਕਾਂ ਨਾਲ ਬੋਲਣਾ। ਅੰਤਰਾਤਮੇ ਸਾਨੂੰ ਉਹ ਗਿਆਨ ਨਹੀਂ ਹੈ ਕਿ ਮੈਂ ਜਿਹੜਾ ਆਪਣੇ ਅੰਦਰ ਜਿਹੜਾ ਮੇਰਾ ਰੱਬ ਬੈਠਿਆ ਮਨ ਹੈ, ਜਿਹੜੀ ਵੀ ਮੈਂ ਉਹਦੇ ਮਤਲਬ ਕਿ ਉਹਦੇ ਨਾਲ ਕਿਵੇਂ ਨਜਿੱਠਣਾ ਹੈ ਤੇ ਉਹਨੂੰ ਮੈਂ ਕਿਵੇਂ ਸਮਝਣਾ ਵੇ ਆਪਣੇ ਮਨ ਨੂੰ। ਕਿਉਂਕਿ ਜਦੋਂ ਤੱਕ ਅਸੀਂ ਦੇਖੋ, ਜਦੋਂ ਸਾਨੂੰ ਗਿਆਨ ਨਹੀਂ ਹੋਏਗਾ ਤੇ ਅਸੀਂ ਮਨ ਦੇ ਤਲ ਤੇ ਨਾ ਪਸ਼ੂਆਂ ਵਾਲੇ ਕੰਮ ਕਰਾਂਗੇ, ਵੀ ਲੁੱਟ ਖਸੁੱਟ ਕਰਨੀ, ਕਿਸੇ ਨਾਲ ਮਤਲਬ ਕਿ ਕਿਸੇ ਦੀ ਜਾਇਤੀ ਕਰ ਦੇਣੀ, ਕਿਸੇ ਦੀ ਅਜ਼ਮਤ ਲੁੱਟ ਲੈਣੀ, ਕਿਸੇ ਦਾ ਹੱਕ ਖਾ ਲੈਣਾ। ਕਿਉਂਕਿ ਅਸੀਂ ਜਦੋਂ ਮਨ ਕਰਕੇ ਅਵੇਅਰ ਨਹੀਂ ਹੁੰਦੇ, ਜਦੋਂ ਅਸੀਂ ਮਨ ਕਰਕੇ ਗਿਆਨ ਨਹੀਂ ਲੈਂਦੇ ਗੁਰੂ ਸਾਹਿਬ ਕੋਲੋਂ। ਤੇ ਤੀਸਰੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮਖੱਟੂ ਹੋਏ ਕੇ ਕੰਨ ਫੜਾਏ। ਵੀ ਜਿਹੜੇ ਜੋਗੀ ਹੁੰਦੇ ਨੇ, ਜਿਹੜੇ ਗਲੀਆਂ ਵਿੱਚ ਸੜਕਾਂ ਤੇ ਮੰਗਦੇ ਫਿਰਦੇ ਨੇ, ਉਹਨਾਂ ਨੇ ਕੀ ਕਰ ਲਿੱਤਾ ਕਿ ਇੱਕ ਆਪਣੀ ਚੋਲੀ ਜੀ ਮਤਲਬ ਕਿ ਬਣਾ ਲਈ ਤੇ ਉਹਦੇ ਵਿੱਚ ਮੰਗਦੇ ਨੇ ਮਖੱਟੂ ਹੋ ਕੇ ਕੰਨ ਫੜਾਏ। ਮਤਲਬ ਕਿ ਤੀਜਾ ਇੱਕ ਹੋਰ ਹੈ ਜੀ, ਜਿੰਨੇ ਤੇ ਕੋਈ ਕੰਮ ਤਾਂ ਕੀਤਾ ਨਹੀਂ, ਆਪਣੀ ਸਰੀਰਿਕ ਕੋਈ ਮਤਲਬ ਕਿ ਸਰੀਰ ਦੇ ਨਾਲ ਕੋਈ ਮਿਹਨਤ ਤਾਂ ਕੀਤੀ ਨਹੀਂ, ਮਿਹਨਤ ਮੁਸ਼ੱਕਤ ਤਾਂ ਕੀਤੀ ਨਹੀਂ, ਕੰਨ ਫੜਵਾ ਕੇ ਮੁੰਦਰਾ ਪਾ ਕੇ ਤੇ ਘਰ ਘਰ ਵਿੱਚ ਮੰਗ ਕੇ ਆਪਣੀ ਰੋਜੀ ਰੋਟੀ ਦਾ ਇੱਕ ਵਸੀਲਾ ਬਣਾ ਲਿੱਤਾ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਫੱਕਰ ਕਰੇ
ਫਕਰ ਕਰੇ ਹੋਰ ਜਾਤ ਗਵਾਏ। ਇੱਕ ਹੋਰ ਫਕੀਰ ਹੈ ਜੀ, ਫਕੀਰ ਨੇ ਕੀ ਕੀਤਾ, ਆਪਣਾ ਜੀ ਆਪਣਾ ਫਕੀਰੀ ਲਿਬਾਸ ਬਣਾ ਕੇ ਤੇ ਉਹ ਵੀ ਲੋਕਾਂ ਨੂੰ ਧਰਮ ਦੇ ਨਾਂ ਤੇ ਸਿਰਫ ਲੁੱਟ ਹੀ ਰਿਹਾ। ਤੇ ਅੱਗੇ ਗੁਰੂ ਸਾਹਿਬ ਦੇਖੋ ਕਿੰਨਾ ਸੋਹਣਾ ਸੰਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਐਕਚੁਅਲੀ 'ਚ ਤੂੰ ਕਰਨਾ ਕੀ ਸੀਗਾ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਕਿਉਂਕਿ ਦੇਖੋ ਜਿੰਨੀ ਵੀ ਸ੍ਰਿਸ਼ਟੀ ਅਸੀਂ ਦੇਖਦੇ ਹਾਂ, ਕਿਸੇ ਦੇ ਵੀ ਮਤਲਬ ਕਿ ਸਾਰਿਆਂ ਦੇ ਉਹਨਾਂ ਦੀ ਯੋਗਤਾ ਅਨੁਸਾਰ ਪਰਮਾਤਮਾ ਨੇ ਸਾਨੂੰ ਹੱਥ ਪੈਰ ਦਿੱਤੇ ਨੇ, ਪਰ ਜਿਹੜੇ ਸਾਨੂੰ ਸਾਰਿਆਂ ਨੂੰ, ਜਿਹੜੇ ਮਨੁੱਖਤਾ ਨੂੰ ਜਿਹੜੇ ਹੱਥ ਪੈਰ, ਸੋਚਣ ਸਮਝਣੇ ਦੀ ਸ਼ਕਤੀ, ਦਿਮਾਗ, ਸੋਚ, ਮਨ, ਸਰੀਰ ਇੰਨਾ ਖੂਬਸੂਰਤ, ਉਹ ਸਾਨੂੰ ਸਿਰਫ ਤੇ ਸਿਰਫ ਇੱਕ ਮਨੁੱਖ ਨੂੰ ਮਿਲਿਆ। ਕਿਉਂਕਿ ਅਸੀਂ ਇੱਕ ਦੂਸਰੇ ਦੀ ਇਸ ਸਰੀਰ ਨਾਲ ਪੂਰੀ ਮਿਹਨਤ ਮੁਸ਼ੱਕਤ ਕਰਕੇ ਇੱਕ ਦੂਸਰੇ ਦਾ ਵੀ ਮਤਲਬ ਕਿ ਇੱਕ ਦੂਸਰੇ ਦਾ ਸਹਾਰਾ ਵੀ ਬਣ ਸਕਦੇ ਆ, ਇੱਕ ਦੂਸਰੇ ਨੂੰ ਲੋੜ ਆਏ ਤੇ ਉਹਦੀ ਲੋੜ ਵੀ ਪੂਰੀ ਕਰ ਸਕਦੇ ਆ। ਇੱਥੇ ਵੀ ਗੁਰੂ ਸਾਹਿਬ ਦੇਖੋ ਕਿੰਨਾ ਲਾਸਟ ਵਿੱਚ ਦੇਖੋ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਸਾਨੂੰ ਸੰਦੇਸ਼ ਦਿੱਤਾ ਹੈ ਕਿ ਤੇਰਾ ਜੀਵਨ ਉੱਪਰ ਵਾਲਾ ਨਾ ਹੋਵੇ, ਜਿਹੜੀਆਂ ਉੱਪਰ ਵਾਲੀਆਂ ਪੰਕਤੀਆਂ ਤੂੰ, ਫਿਰ ਗੁਰੂ ਸਾਹਿਬ ਦੇਖ ਲਓ ਗਿਆਨ ਦੁਆਰਾ ਸਾਨੂੰ ਸਮਝਾ ਰਹੇ ਨੇ, ਕਾਲ ਖਾਏ, ਕਾਲਨਾ ਕਰਕੇ, ਉਦਮ ਕਰਕੇ, ਮਿਹਨਤ ਕਰਕੇ, ਕਾਲ ਖਾਏ ਕਿਛ ਹੱਥੋਂ ਦੇ, ਫਿਰ ਉਦਮ ਤੇ ਮਿਹਨਤ ਮੁਸ਼ੱਕਤ ਕਰਕੇ ਆਪਣਾ ਘਰ ਦਾ ਵੀ ਸਾਰਾ ਮਤਲਬ ਕਿ ਗੁਜ਼ਾਰਾ ਕਰੇ ਤੇ ਫਿਰ ਅੱਗੋਂ ਜਿਹੜਾ ਲੋੜਵੰਦ ਹੈ ਉਹਨੂੰ ਆਪਣੇ ਹੱਥੋਂ ਦੇਵੇ। ਇੱਥੇ ਵੀ ਧਰਮ ਦੀ ਕਿਰਤ ਹੋ ਰਹੀ ਹੈ, ਨਾ ਕਿ ਕਿਰਤ ਕੱਲਾ ਐ ਨਹੀਂ ਵੀ ਕੱਲੀ ਕਿਰਤ ਕਰਨੀ ਕਿ ਜੀ ਕੱਲਾ ਕੰਮ ਕਰਨਾ, ਉਹਦੇ ਵਿੱਚ ਧਰਮ ਪਹਿਲੇ ਨੰਬਰ ਤੇ ਗੁਰੂ ਸਾਹਿਬ ਨੇ ਰੱਖਿਆ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਰਾਹ ਪਛਾਣੇ ਸੀ। ਇਹ ਨਾਨਕ ਅਜਿਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਆ। ਤੇਰੀ ਜ਼ਿੰਦਗੀ ਸਹੀਓ ਹੀ ਐਯੋ ਹੀ ਹੈ ਕਿ ਜਦੋਂ ਤੂੰ ਅਸੀਂ ਗੁਰੂ ਦੇ ਗਿਆਨ ਦੁਆਰਾ ਤੇ ਗੁਰੂ ਦੇ ਉਪਦੇਸ਼ ਤੇ ਗੁਰੂ ਦੀ ਵਿਚਾਰਧਾਰਾ ਅਨੁਸਾਰ ਹੀ ਆਪਣਾ ਜੀਵਨ ਬਣਾ ਲਾਂਗੇ ਤੇ ਤਾਂ ਹੀ ਸਾਡਾ ਕਹਿ ਲਓ ਕਿ ਇੱਥੇ ਦੁਨੀਆ 'ਚ ਆਇਆ ਸਫਲ ਹੋਏਗਾ। ਬਾਕੀ ਤਾਂ ਦੇਖੋ ਸਮਾਜ ਚੱਲੀ ਜਾ ਰਿਹਾ ਔਰ ਚੱਲੀ ਜਾਏਗਾ, ਕਿਉਂਕਿ ਸਾਡੇ ਬਜ਼ੁਰਗ ਵੀ ਆਏ, ਉਹ ਵੀ ਚਲੇ ਗਏ, ਅਸੀਂ ਵੀ ਟਾਈਮ ਪਾ ਕੇ ਚਲੇ ਜਾਣਾ। ਅੱਗੋਂ ਸਾਡੇ ਬੱਚਿਆਂ ਨੇ ਜੇ ਸਾਡੇ ਕੋਲ ਗਿਆਨ ਹੋਏਗਾ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਕੁਝ ਗਿਆਨ, ਦੇਖੋ ਮੈਂ ਤੇ ਹਮੇਸ਼ਾ ਹੀ ਉਹ ਕਹਿੰਦੀ ਆ ਕਿ ਸਾਡੀ ਪ੍ਰੋਪਰਟੀ ਸਾਡੇ ਬੱਚੇ ਤੇ ਸਾਡੇ ਜਿਹੜੇ ਸੰਸਕਾਰ ਹੈ ਨਾ, ਉਹ ਸਾਡੀ ਪ੍ਰੋਪਰਟੀ ਹੈ। ਹੁਣ ਤੁਸੀਂ ਦੇਖੋ ਜੇ ਬੱਚੇ ਨੂੰ ਅਸੀਂ ਅੱਛੇ ਸੰਸਕਾਰ ਜਾਂ ਗੁਰੂ ਦਾ ਗਿਆਨ ਨਹੀਂ ਦਿੰਦੇ, ਪਹਿਲੀ ਗੱਲ ਹੈ ਕਿ ਅਸੀਂ ਉਹ ਚੀਜ਼ ਲਈਏ, ਫਿਰ ਤਾਈਓ ਅਸੀਂ ਦੂਸਰੇ ਨੂੰ ਦੇ ਸਕਦੇ ਹਾਂ। ਤੇ ਹੁਣ ਤੁਸੀਂ ਦੇਖੋ ਅਸੀਂ ਦੇਖਦੇ ਹਾਂ ਵੀ ਆਪਣੇ ਸਮਾਜ ਦੀ ਹਾਲਤ ਵੀ, ਜੇ 80 ਕਿੱਲੇ ਵਾਲੇ ਵੀ ਲੋਕੀ ਬੱਚੇ ਜਿਹੜੇ ਸਾਡੇ ਸਮਾਜ ਦੇ ਬੱਚੇ ਨਸ਼ਿਆਂ ਵਿੱਚ ਪੈ ਜਾਂਦੇ ਨੇ, ਉਹ 80 ਕਿੱਲੇ ਵੇਚ ਕੇ ਵੀ 100 ਕਿੱਲੇ ਵੇਚ ਕੇ ਵੀ ਆਪਣੇ ਵੱਡੇ ਬਿਜ਼ਨਸ ਵੀ ਖਰਾਬ ਕਰ ਲੈਂਦੇ ਨੇ ਨਸ਼ੇ ਪਿੱਛੇ। ਹੁਣ ਤੁਸੀਂ ਦੇਖੋ ਉਹਨਾਂ ਦਾ ਅਸੀਂ ਪਿਛੋਕੜ ਜਾਈਏ ਕਿ ਉਹਨਾਂ ਦੇ ਦਾਦੇ ਪੜਦਾਦਿਆਂ ਨੇ ਕਿੰਨੀ ਮਿਹਨਤ ਕੀਤੀ ਹੋਏਗੀ ਉਸ ਚੀਜ਼ ਨੂੰ ਸਟੇਬਲ ਕਰਨੇ ਵਾਸਤੇ, ਹੈ ਨਾ। ਕੋਈ ਵੀ ਚਾਹੇ ਕਾਰੋਬਾਰ ਹੈ ਜਾਂ ਕੰਮ ਹੈ ਜਾਂ ਜ਼ਮੀਨਾਂ ਜਾਇਦਾਦਾਂ ਨੇ। ਹੁਣ ਤੁਸੀਂ ਦੇਖੋ ਜੇ ਅੱਛੇ ਬੱਚੇ ਨੂੰ ਸੰਸਕਾਰ ਦਿੱਤੇ ਹੋਣ ਤੇ ਉਹ ਕਹਿੰਦੇ ਨੇ ਨਾ ਵੀ ਮਤਲਬ ਕਿ ਥੋੜੇ ਜਿਹੇ ਵਿੱਚ ਵੀ ਬਹੁਤ ਕੁਝ ਕਰ ਜਾਂਦੇ ਨੇ ਬੱਚੇ, ਪਰ ਜੇ ਅੱਛੇ ਸੰਸਕਾਰ ਜਾਂ ਅੱਛਾ ਗਿਆਨ ਉਹਨਾਂ ਨੂੰ ਅਸੀਂ ਨਹੀਂ ਦਿੱਤਾ ਤੇ ਉਹ ਜਿਹੜਾ ਵੀ ਅਸੀਂ ਚੀਜ਼ਾਂ ਬਣਾ ਕੇ ਜਾਂਦੇ ਨੇ ਉਹਨੂੰ ਵੀ ਉਹ ਜ਼ੀਰੋ ਕਰ ਦਿੰਦੇ ਨੇ। ਸੋ ਗੱਲ ਹੈ ਕਿ ਜਿਹੜੇ ਸੰਸਕਾਰ ਹੈ ਤੇ ਜਿਹੜਾ ਗੁਰੂ ਦਾ ਗਿਆਨ ਹੈ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਵਾ। ਬਾਕੀ ਇਹ ਪ੍ਰੋਪਰਟੀਆਂ ਤੇ ਤੁਸੀਂ ਦੇਖੋ ਵੀ ਜੇ ਮਿਹਨਤੀ ਬੱਚਾ ਹੋਏਗਾ ਤੇ ਉਹ ਹੋਰ ਵੀ ਬਣਾ ਲੇਗਾ, ਜੇ ਮਤਲਬ ਕਿ ਜੇ ਉਹ ਅੱਛਾ ਸਮਾਜ, ਜੇ ਅੱਛੇ ਗੁਣ ਨਹੀਂ ਉਹ ਸਿੱਖਿਆ ਹੋਏਗਾ ਤੇ ਉਹਨੂੰ ਵੀ ਉਹ ਜ਼ੀਰੋ ਕਰ ਦੇਗਾ। ਸੋ ਅਸੀਂ ਗੁਰੂ ਦੀ ਬਾਣੀ ਦੇ ਲੜ ਲੱਗੀਏ, ਪਹਿਲਾਂ ਤਾਂ ਆਪ ਅਸੀਂ ਪੜ੍ਹਨੇ ਦੀ ਕੋਸ਼ਿਸ਼ ਕਰੀਏ, ਫਿਰ ਵਿਚਾਰਨੇ ਦੀ ਕੋਸ਼ਿਸ਼ ਕਰੀਏ, ਫਿਰ ਉਹਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਜੀਣੇ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਡੇ ਬੱਚੇ ਸਾਨੂੰ ਦੇਖ ਕੇ ਪਹਿਲਾਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਰੋਲ ਮਾਡਲ ਮੰਨਣ, ਫਿਰ ਸੈਕਿੰਡ ਨੰਬਰ ਤੇ ਆਪਣੇ ਪੇਰੈਂਟਸ ਨੂੰ ਮੰਨਣ ਕਿ ਵੀ ਉਹਨਾਂ ਨੇ ਸੋਹਣਾ ਤੇ ਸੁਚੱਜਾ ਜੀਵਨ ਜੀਆ, ਤਾਂ ਕਿ ਫਿਰ ਉਹਨਾਂ ਦੇ ਜੀਵਨ ਵਿੱਚ ਵੀ ਉਹ ਗੁਰੂ ਦੇ ਗੁਣ ਵਸ ਸਕਣ। ਸੋ ਸ਼ਬਦ ਪੜ੍ਹਦਿਆਂ ਵਿਚਾਰਾ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਆਪ ਸਾਰੇ ਸੁਣਨੇ ਵਾਲੇ ਤੇ ਗੁਰੂ ਸਾਹਿਬ ਬਖਸ਼ਣਯੋਗ ਹੋ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।